वाहिगुरु जी का खालसा वाहिगुरु जी की फतेह। अत उत्कृष्ट सतगुरु पतत पावन भगत वत्सल अनाथ नाथ जगत गुरु श्री गुरु ग्रंथ साहिब जी दे पावन पवित्र चरण कमलां अंदर अमृत वेले गुरु चरनां च जुड़ के अपने जीवन दीयां घड़ियां समा सवास गुरु लेखे लाउंदियां सफला और सकारता कर रहे श्री आसा जी दी वार दे शब्द कीर्तन रागी ਸਿੰਘਾਂ दी रसना तो आप जी ने बहुत अदब सत्कार सहित सरवण कीते हैं। गुरुदेव जी ने अमृत वेले पावन पवित्र श्री मुखवाक हुक्मनामे दी दात सानू सारियां नू बख्शिश कीती। साहिब जी दे पवित्र मुखवाक नू विचारण लई आपां सारे गुरु चरनां च जुड़ बैठे। अज श्री अकाल तख्त साहब दा सिरजना दिवस है। धन श्री गुरु हरगोबिंद साहब मेरी पीरी दे मालक सतगुरां ने मेरी और पीरी दियां शमशीरां तेगां अपने गात्रे धारण करके सचखंड श्री हरमंदर साहब दे सन्मुख श्री अकाल तख्त साहब दी सिरजना कीती। अकाल तख्त साहब दी सिरजना करके दयानिध स्वामी जी ने जिथे श्री दरबार साहब अंदर गुरबाणी दा रस भंडड़ा कीर्तन हुंदा है, नत्थे ते अब्दुल्ले वर्गे ढाडियां नूं श्री अकाल तख्त साहब ते सद के तिन्हां पासों सूरबीर बहादुर योधियां दियां वारां महाराज जी ने गवाईयां तां जो अपने सिखां विच वीर रस दी बिरती नूं फूंक सकण, भर सकण। नाले तखत राजसी सत्ता दा चिन्ह है, तो राजसी सत्ता दा जिहड़ा संकल्प है वो श्री अकाल तख्त साहब दे द्वारा महाराज जी ने अपने पंथ नूं दिता। समुची सिख जगत दे समुचे सिख पंथ दे जितने मते ने वो श्री अकाल तख्त साहब ते बैठ के पंथ एकत्र हो करके करदा है। सारे सिख पंथ नूं लामबंद करन लई श्री अकाल तख्त साहब दी विशेष महत्ता है। ये अकाल दा तख्त है। दुनिया दे तख्त विनाशी ने, बिनसदे ने। ये सत ते सदैवी रहन वाला अकाल दा तख्त है। तो श्री अकाल तख्त साहब दे सिरजना दिवस दियां आप समूह संगतां नूं वधाइयां हन। धन श्री गुरु अर्जन देव साहब जी ने अज दा पावन शब्द सानू बख्शिश कीता है। ये पहला हुक्मनामा है जो सचखंड श्री हरमंदर साहिब विखे समुचे पंथ नूं श्री गुरु ग्रंथ साहब जी दे पहले प्रकाश समय प्राप्त होया।
ਔਰੇ ਪਵਿੱਤਰ ਸ਼ਬਦ ਪੰਜਵੇਂ ਗੁਰਦੇਵ ਨੇ ਸਰੋਵਰ ਦੀ ਜਦੋਂ ਕਾਰ ਸੇਵਾ ਚੱਲ ਰਹੀ ਸੀ ਉਸ ਵੇਲੇ ਉਚਾਰਨ ਕੀਤਾ। ਜਿੱਥੇ ਅੱਜ ਕੱਲ ਹਰ ਕੀ ਪੌੜੀ ਹੈ, ਸੰਗਤਾਂ ਚੂੜਾ ਲੈਂਦੀਆਂ ਹਨ, ਇਸੇ ਜਗ੍ਹਾ ਤੇ ਮਹਾਰਾਜ ਜੀ ਨੇ ਖਲੋ ਕੇ ਹਰੀ ਅਕਾਲ ਪੁਰਖ ਜੀ ਦੇ ਸਨਮੁਖ ਇਹ ਪਵਿੱਤਰ ਪਾਵਨ ਸ਼ਬਦ ਆਪਣੇ ਮੁਖਾਰ ਬਿੰਦ ਚੋਂ ਉਚਾਰਨ ਕੀਤਾ। ਆਓ ਕੁਝ ਸਮੇਂ ਲਈ ਸੁਰਤੀਆਂ ਬਿਰਤੀਆਂ ਇਕਾਗਰ ਕਰੀਏ। ਗਰੀਬ ਨਵਾਜ ਸਾਹਿਬ ਜੀ ਦੇ ਪਵਿੱਤਰ ਚਰਨ ਕਮਲਾਂ ਦਾ ਧਿਆਨ ਆਪਣੇ ਹਿਰਦੇ 'ਚ ਵਸਾਉਂਦਿਆਂ ਆਪ ਦੇ ਜੀਵਨ ਔਰ ਰਸਨਾ ਦੇ ਕਲਿਆਣ ਨਿਮਿਤ ਆਖੀਏ ਜੀ ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸੋਹੀ ਮਹੱਲਾ ਪੰਜਵਾਂ। ਸੰਤਾਂ ਕੇ ਕਾਰਜ ਆਪ ਖਲੋਇਆ, ਹਰ ਕੰਮ ਕਰਾਵਣ ਆਇਆ ਰਾਮ। ਸੋਹੀ ਰਾਗ ਹੈ। ਪੰਜਵੇਂ ਪਾਤਸ਼ਾਹ ਧੰਨ ਗੁਰੂ ਅਰਜਨ ਦੇਵ ਸਾਹਿਬ ਜੀ ਦੇ ਉਚਾਰਨ ਕੀਤੇ ਹੋਏ ਪਵਿੱਤਰ ਪਾਵਨ ਛੰਤ ਹਨ। ਨਿਰੰਕਾਰ ਦੀ ਬੰਦਗੀ ਕਰਨ ਵਾਲੇ, ਪਰਮੇਸ਼ਰ ਦਾ ਭਜਨ ਕਰਨ ਵਾਲੇ, ਅਕਾਲ ਪੁਰਖ ਦਾ ਸਰੂਪ ਧੰਨ ਸ੍ਰੀ ਗੁਰੂ ਰਾਮਦਾਸ ਜੀ ਮਹਾਰਾਜ, ਸ੍ਰੀ ਗੁਰੂ ਅਮਰਦਾਸ ਜੀ ਮਹਾਰਾਜ, ਤਿਨਾਂ ਦੇ ਇਸ ਕਾਰਜ ਨੂੰ ਜੋ ਸ੍ਰੀ ਦਰਬਾਰ ਸਾਹਿਬ ਦੀ ਅੰਮ੍ਰਿਤਸਰ ਸਰੋਵਰ ਦੀ ਸੇਵਾ ਹੋ ਰਹੀ ਹੈ, ਇਹ ਕਾਰਜ ਸ੍ਰੀ ਗੁਰੂ ਰਾਮਦਾਸ ਜੀ ਧੰਨ ਗੁਰੂ ਅਮਰਦਾਸ ਸਾਹਿਬ ਜੀ ਦਾ ਕਾਰਜ ਹੈ। ਇਸ ਕਾਰਜ ਨੂੰ ਕਰਾਉਣ ਵਾਸਤੇ ਅਕਾਲ ਪੁਰਖ ਜੀ ਹਰੀ ਜੀ ਆਪ ਖੁਦ ਆਏ ਹਨ। ਹਰੀ ਜੀ ਆਪ ਇਸ ਕੰਮ ਨੂੰ ਕਰਾਉਣ ਲਈ, ਇਸ ਸੇਵਾ ਨੂੰ ਕਰਾਉਣ ਲਈ ਇਸ ਮਾਤ ਲੋਕ ਦੀ ਧਰਤੀ ਤੇ ਆਪ ਹਾਜ਼ਰ ਹੋਏ ਨੇ, ਪ੍ਰਗਟ ਹੋਏ ਨੇ। ਇਹੀ ਆਦਿ ਜੁਗਾਦੀ ਪਰਮੇਸ਼ਰ ਦਾ ਮੁੱਢ ਕਦੀਮੀ ਸੁਭਾਅ ਹੈ ਕਿ ਸੰਤ ਜਨਾਂ ਦੇ ਕਾਰਜਾਂ ਵਿੱਚ ਹਰੀ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਜੀ ਇਸੇ ਤਰ੍ਹਾਂ ਵਰਤ ਕੇ ਤਿਨਾਂ ਦੇ ਕਾਰਜਾਂ ਨੂੰ ਸਵਾਰਦੇ ਹਨ। ਇਹ ਮੁੱਢ ਕਦੀਮੀ ਸੁਭਾਅ ਸੰਸਾਰ ਦੀ ਬਣਤਰ ਵੇਲੇ ਅਕਾਲ ਪੁਰਖ ਪਰਮੇਸ਼ਰ ਨੇ ਧਾਰਨ ਕੀਤਾ ਹੋਇਆ। ਇਸ ਕਰਕੇ ਹਰੀ ਜੀ ਆਪ ਆਪਣਿਆਂ ਪਿਆਰਿਆਂ ਭਗਤਾਂ ਦੇ ਕਾਰਜ ਕਰਾਉਣ ਵਾਸਤੇ ਆਪ ਖੁਦ ਆਉਂਦੇ ਨੇ। ਐਸੇ ਕਿਤਨੇ ਹੀ ਸਾਡੇ ਇਤਿਹਾਸ ਵਿੱਚੋਂ ਪ੍ਰਮਾਣ ਉਜਾਗਰ ਹੁੰਦੇ ਨੇ, ਪ੍ਰਾਪਤ ਹੁੰਦੇ ਨੇ ਕਿ ਜੈਸੇ ਭਗਤ ਕਬੀਰ ਜੀ ਜੈਸੇ ਮਹਾਂਪੁਰਸ਼ਾਂ ਦੇ ਕਾਰਜ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਜੀ ਆਪ ਖੁਦ ਆਏ ਕਬੀਰ ਬਣ ਕੇ ਕਰਨ ਲਈ। ਭਗਤ ਸੈਣ ਜੀ ਦਾ ਜ਼ਿਕਰ ਭਾਈ ਸਾਹਿਬ ਭਾਈ ਗੁਰਦਾਸ ਜੀ ਨੇ ਆਪਣੀਆਂ ਵਾਰਾਂ ਵਿੱਚ ਕੀਤਾ ਹੈ। ਭਾਈ ਸਾਹਿਬ ਜੀ ਲਿਖਦੇ ਨੇ ਕਿ ਕਬੀਰ ਜੀ ਦਾ ਮਹਾਨ ਪ੍ਰਤਾਪ ਸੁਣ ਕੇ, ਉਹਨਾਂ ਦੀ ਮਹਿਮਾ ਸੁਣ ਕੇ ਭਗਤ ਸੈਣ ਜੀ ਨੇ ਸਿੱਖੀ ਸੇਵਕੀ ਦੀ ਬਿਰਤੀ ਨੂੰ ਧਾਰਨ ਕੀਤਾ। ਸੈਣ ਜੀ ਨਾਈ ਸਨ, ਮਾਲਸ਼ਾਂ ਕਰਨੀਆਂ, ਬੁੱਤੀਆਂ ਕੱਢਣੀਆਂ। ਨਗਰ ਦੇ ਰਾਜੇ ਦੀ ਰੋਜ਼ ਮਾਲਿਸ਼ ਕਰਨ ਜਾਇਆ ਕਰਦੇ ਸਨ। ਇੱਕ ਦਿਨ ਸ਼ਾਮ ਵੇਲੇ ਪਰਮੇਸ਼ਰ ਦੀ ਭਗਤੀ ਕਰਨ ਵਾਲੇ ਮਹਾਂਪੁਰਸ਼ ਸੰਤ ਘਰ ਵਿੱਚ ਆਏ। ਉਹਨਾਂ ਨਾਲ ਬੈਠਿਆਂ ਕੀਰਤਨ ਕਰਦਿਆਂ ਰਾਤ ਸਾਰੀ ਬੀਤ ਗਈ। ਸਵੇਰੇ ਲੋ ਲੱਗ ਗਈ, ਦਿਨ ਚੜ੍ਹ ਗਿਆ। ਜਦੋਂ ਰਾਜੇ ਦੀ ਮਾਲਿਸ਼ ਦਾ ਸਮਾਂ ਹੁੰਦਾ ਹੈ, ਉਹਨਾਂ ਮਹਾਂਪੁਰਸ਼ਾਂ ਸੰਤਾਂ ਦੀ ਸੇਵਾ ਵਿੱਚ ਐਸੇ ਤਤਪਰ ਹੋਏ ਕਿ ਉੱਥੇ ਜਾਣਾ ਵਿਸਰ ਗਿਆ। ਹੁਣ ਰਾਜਾ ਉਡੀਕਦਾ ਸੀ
ਸੈਣ ਜੀ ਨਾ ਜਾਂਦੇ ਤੇ ਰਾਜੇ ਨੇ ਭਗਤ ਸੈਣ ਜੀ ਦੇ ਪਰਿਵਾਰ ਸਮੇਤ ਇਹਨਾਂ ਨੂੰ ਦੰਡ ਦੇਣਾ ਸੀ। ਕਹਿੰਦੇ ਅਕਾਲ ਪੁਰਖ ਨੇ ਆਪ ਸੈਣ ਦਾ ਰੂਪ ਧਾਰਨ ਕੀਤਾ ਤੇ ਜਾ ਕੇ ਰਾਜੇ ਦੀ ਮਾਲਿਸ਼ ਕੀਤੀ। ਤੋ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਆਪਣੇ ਭਗਤਾਂ ਦੇ ਕਾਰਜ ਕਰਨ ਲਈ ਕਰਾਉਣ ਲਈ ਖੁਦ ਆਪ ਆਉਂਦੇ ਨੇ। ਇਹ ਮੁੱਢ ਕਦੀਮੀ ਸੁਭਾਅ ਹੈ ਅਕਾਲ ਪੁਰਖ ਜੀ ਦਾ, ਪਰਮੇਸ਼ਰ ਦਾ। ਇੱਥੇ ਵੀ ਇਸ ਪਾਵਨ ਸਰੋਵਰ ਦੀ ਜਿਹੜੀ ਸੇਵਾ ਹੋ ਰਹੀ ਹੈ, ਅੰਮ੍ਰਿਤਸਰ ਸਰੋਵਰ ਦੀ ਸੇਵਾ ਹੋ ਰਹੀ ਹੈ, ਇਹ ਸੇਵਾ ਕਰਨ ਲਈ ਕਰਾਉਣ ਲਈ ਖੁਦ ਨਿਰੰਕਾਰ ਅਕਾਲ ਪੁਰਖ ਵਾਹਿਗੁਰੂ ਜੀ ਆਪ ਆਏ ਹਨ। ਉਹਨਾਂ ਦੇ ਸਨਮੁਖ ਖਲੋ ਕੇ ਹੀ ਗੁਰਦੇਵ ਨੇ ਸ਼ਬਦ ਉਚਾਰਨ ਕੀਤਾ ਕਿ ਹਰੀ ਜੀ ਆਪ ਇਸ ਕੰਮ ਨੂੰ ਕਰਾਉਣ ਵਾਸਤੇ ਆਏ ਹਨ। ਧਰਤ ਸੁਹਾਵੀ ਤਾਲ ਸੁਹਾਵਾ, ਵਿੱਚ ਅੰਮ੍ਰਿਤ ਜਲ ਛਾਇਆ ਰਾਮ। ਇਹ ਧਰਤੀ ਸ੍ਰੀ ਦਰਬਾਰ ਸਾਹਿਬ ਜੀ ਦੀ, ਅੰਮ੍ਰਿਤਸਰ ਸਾਹਿਬ ਜੀ ਦੀ ਸੋਭਨੀਕ ਹੈ। ਇਹ ਆਲਾ ਦੁਆਲਾ ਜੋ ਹੈ ਪਰਕਰਮਾ ਵਿੱਚ ਇਹ ਸਾਰਾ ਸ਼ੋਭਨੀਕ ਹੈ। ਇਹ ਅੰਮ੍ਰਿਤ ਤਾਲ ਇਹ ਵੀ ਸ਼ੋਭਨੀਕ ਹੈ, ਕਿਉਂਕਿ ਇਹਦੇ ਵਿੱਚ ਜਿੰਨਾ ਜਲ ਹੈ ਇਹ ਅੰਮ੍ਰਿਤ ਰੂਪ ਹੈ। ਇਹ ਅੰਮ੍ਰਿਤ ਜਲ ਛਾਇਆ ਹੋਇਆ ਇਹਦੇ ਅੰਦਰ। ਪੁੱਛਦਾ ਹੈ ਨਾਦਰ, ਇਹ ਸਿੱਖ ਮੇਰਾ ਰਾਹ ਰੋਕਦੇ ਨੇ, ਮੈਂ ਇਹਨਾਂ ਨੂੰ ਮਾਰਦਾ ਮੁਕਾਉਣਾ, ਇਹ ਮੁੱਕਦੇ ਨਹੀਂ। ਇਹ ਕਿਉਂ ਨਹੀਂ ਮੁੱਕਦੇ? ਇਹ ਫਿਰ ਕਿਵੇਂ ਜਿਉਂਦੇ ਹੋ ਜਾਂਦੇ ਨੇ? ਤਾਂ ਬਾਦਸ਼ਾਹ ਨੇ ਦੱਸਿਆ, ਨਾਦਰ ਸੁਣ। सुनो बादशाह तुझे सिंहों की सुनाऊं कथा। मैं तेनू इन्हां ਸਿੰਘਾਂ ਦੇ ਬਾਰੇ ਦੱਸਦਾ। ਭਾਈ ਰਤਨ ਸਿੰਘ ਜੀ ਭੰਗੂ ਲਿਖਦੇ ਨੇ ਪ੍ਰਾਚੀਨ ਪੰਥ ਪ੍ਰਕਾਸ਼ ਵਿੱਚ, ਸਿੱਖ ਇਤਿਹਾਸ ਦਾ ਸਭ ਤੋਂ ਸ਼੍ਰੋਮਣੀ ਗ੍ਰੰਥ ਭਾਈ ਰਤਨ ਸਿੰਘ ਭੰਗੂ ਜੀ ਨੇ ਪ੍ਰਾਚੀਨ ਲਿਖਿਆ। ਉਹ ਲਿਖਦੇ ਹੈ ਕਿ ਨਾਦਰ ਨੂੰ ਦੱਸਿਆ ਬਾਦਸ਼ਾਹ ਨੇ, मुर्शिद इनका वली भयो है, इनको आबे हयात दयो है। मुर्शिद इनका वली भयो है, इनको आबे हयात दयो है। नादर इन्हां दा मुर्शिद बड़ा वली होया श्री गुरु गोबिंद सिंह साहिब। उसने इन्हां नूं आवे हयात, आपां अमृत कहने आ, मुसलमान वीर आवे हयात कहंदे हन। अमृत दिता है इन्हां नूं, आवे हयात दिता है। असीं जिन्ना इन्हां नूं मारदे हां उस आवे हयात विचों इह घुट्टा पी के इशनान करके मुड़ फिर जिउंदे हो जांदे ने। ਇਹ ਉਪਮਾ ਉਸ ਵੇਲੇ ਦਾ ਸਮੇਂ ਦਾ ਬਾਦਸ਼ਾਹ ਸ੍ਰੀ ਅੰਮ੍ਰਿਤਸਰ ਸਰੋਵਰ ਦੇ ਸੰਬੰਧ ਵਿੱਚ ਕਰਦਿਆਂ ਕਹਿ ਰਿਹਾ ਹੈ, ਨਾਦਰ ਨੂੰ ਦੱਸ ਰਿਹਾ ਹੈ। ਇਹ ਅੰਮ੍ਰਿਤ ਤਾਲ ਹੈ, ਇਹਦੇ ਵਿੱਚ ਭਰਿਆ ਜਲ ਅੰਮ੍ਰਿਤ ਸਰੂਪ ਹੈ, ਵਿੱਚ ਅੰਮ੍ਰਿਤ ਜਲ ਛਾਇਆ ਰਾਮ। ਹੈ ਭਾਈ, ਇਹਦੇ ਵਿੱਚ ਅੰਮ੍ਰਿਤ ਜਲ ਛਾਇਆ ਹੋਇਆ ਸਾਰੇ ਵਿੱਚ। ਗੁਰਸਿੱਖ ਵਾਸਤੇ ਤਾਂ ਅੰਮ੍ਰਿਤ ਰੂਪ ਹੀ ਹੈ ਭਾਈ। ਜਿੱਥੇ ਗੁਰਬਾਣੀ ਪੜ੍ਹੀ ਜਾਂਦੀ ਹੈ, ਜਿੱਥੇ ਅੱਠੇ ਪੈਰ ਨਿਰੰਤਰ ਗੁਰਬਾਣੀ ਦਾ ਸਿਮਰਨ ਹੁੰਦਾ, ਗੁਰਬਾਣੀ ਦਾ ਕੀਰਤਨ ਹੁੰਦਾ, ਗੁਰਬਾਣੀ ਦਾ ਜਾਪ ਹੁੰਦਾ, ਜਿੱਥੇ ਗੁਰੂ ਰਾਮਦਾਸ ਸਾਹਿਬ ਜੀ ਸदैवी ਕਾਲ ਵਾਸਤੇ ਬਿਰਾਜਮਾਨ ਹੁੰਦੇ ਨੇ, ਗੁਰਸਿੱਖ ਵਾਸਤੇ ਤਾਂ ਭਾਈ ਅੰਮ੍ਰਿਤ ਹੀ ਹੈ। ਲੋਕਾਂ ਵਾਸਤੇ ਹੋਵੇਗਾ ਕੁਝ ਹੋਰ ਜਿਹੜੇ ਨਾਸਤਿਕ ਬਿਰਤੀ ਰੱਖਦੇ ਨੇ। ਸ਼ਰਧਾਵਾਨ ਸਿੱਖ ਤਾਂ ਅੰਮ੍ਰਿਤ ਹੀ ਕਹਿੰਦਾ ਹੈ। ਤਦ ਇਸ ਪਾਵਨ ਸਰੋਵਰ ਦਾ ਨਾਮ ਹੀ ਅੰਮ੍ਰਿਤਸਰ ਹੈ। ਤਦ ਇਹਨੂੰ ਅੰਮ੍ਰਿਤਸਰ ਕਹਿੰਦੇ, ਅੰਮ੍ਰਿਤ ਦਾ ਸਰੋਵਰ ਕਹਿੰਦੇ ਨੇ। ਸ਼ਹਿਰ ਦਾ ਨਾਮ ਅੰਮ੍ਰਿਤਸਰ ਹੈ।
ਇਸੇ ਪਾਵਨ ਸਰੋਵਰ ਤੋਂ ਅੰਮ੍ਰਿਤਸਰ ਸ਼ਹਿਰ ਦਾ ਨਾਮ ਪ੍ਰਸਿੱਧ ਹੋਇਆ। ਪੂਰਨ ਤਾਲ ਖਟਾਇਆ ਅੰਮ੍ਰਿਤਸਰ ਵਿੱਚ, ਜੋਤ ਜਗਾਵੈ। ਇਹ ਅੰਮ੍ਰਿਤਸਰ ਹੈ। ਅੰਮ੍ਰਿਤਸਰ ਸਤਿਗੁਰ ਸਤਵਾਦੀ, ਜਿਤ ਨਾਤਾ ਕਊਆ ਹੰਸ ਹੋ ਹੈ। ਇਸ ਕਰਕੇ ਪੰਜਵੇਂ ਪਾਤਸ਼ਾਹ ਕਹਿ ਰਹੇ ਨੇ, ਵਿੱਚ ਅੰਮ੍ਰਿਤ ਜਲ ਛਾਇਆ ਰਾਮ। ਇਹਦੇ ਵਿੱਚ ਅੰਮ੍ਰਿਤ ਜਲ ਛਾਇਆ ਹੋਇਆ, ਇਹ ਅੰਮ੍ਰਿਤ ਨਾਲ ਭਰਿਆ ਹੋਇਆ ਹੈ। ਅੰਮ੍ਰਿਤ ਜਲ ਛਾਇਆ ਪੂਰਨ ਸਾਜ ਕਰਾਇਆ, ਸਗਲ ਮਨੋਰਥ ਪੂਰੇ। ਅੰਮ੍ਰਿਤ ਜਲ ਛਾਇਆ ਹੋਇਆ, ਪੂਰਨ ਨੇ ਸਾਰਾ ਸਾਜ ਕਰਾਇਆ ਹੈ। ਸਾਰੇ ਮਨੋਰਥ ਇੱਥੇ ਆਣ ਕੇ ਪੂਰੇ ਹੋ ਗਏ ਹਨ। ਸਗਲ ਮਨੋਰਥ ਪੂਰੇ। ਸਾਧ ਸੰਗਤ ਦਾ ਇਹ ਤਾਲ ਪੂਰਨ ਹੈ। ਇੱਥੇ ਨਾਮ ਰੂਪੀ ਅੰਮ੍ਰਿਤ ਜਲ ਭਰਿਆ ਹੋਇਆ, ਪੂਰਨ ਨੇ ਸਾਜ ਕਰਾਇਆ। ਸਾਧ ਸੰਗਤ ਰੂਪੀ ਇਸ ਅੰਮ੍ਰਿਤ ਤਾਲ ਵਿੱਚ ਇਸ਼ਨਾਨ ਕੀਤਿਆਂ ਸਾਰੇ ਮਨੋਰਥ ਪੂਰੇ ਹੋ ਜਾਂਦੇ ਹਨ। ਜੈ ਜੈਕਾਰ ਭਇਆ ਜਗ ਅੰਤਰ, ਲਾਥੇ ਸਗਲ ਵਿਸੂਰੇ। ਜਿਹੜੇ ਸਾਧ ਸੰਗਤ ਰੂਪੀ ਇਸ ਅੰਮ੍ਰਿਤ ਤਾਲ ਵਿੱਚ ਆ ਕੇ ਇਸ਼ਨਾਨ ਕਰਦੇ ਹਨ, ਉਹਨਾਂ ਦੇ ਸਾਰੇ ਝੋਰੇ ਲੱਥ ਜਾਂਦੇ ਨੇ। ਉਹਨਾਂ ਦੀ ਜੈ ਜੈਕਾਰ ਸਾਰੇ ਜਗਤ ਵਿੱਚ ਪ੍ਰਸਿੱਧ ਹੁੰਦੀ ਹੈ। ਸਾਰੇ ਸੰਸਾਰ ਵਿੱਚ ਉਹਨਾਂ ਦੀ ਜੈ ਜੈਕਾਰ ਦਾ ਨਾਦ ਗੂੰਜਦਾ ਹੈ। ਜੈ ਜੈਕਾਰ ਕਰੇ ਸਭ ਕੋਈ, ਜੈ ਜੈਕਾਰ ਕਰੇ ਸਭ ਕੋਈ। ਜੈ ਜੈਕਾਰ ਕਰੇ ਸਭ ਕੋਈ, ਜੈ ਜੈਕਾਰ ਕਰੇ ਸਭ ਕੋਈ। ਜੈ ਜੈਕਾਰ ਕਰੇ ਸਭ ਕੋਈ, ਜੈ ਜੈਕਾਰ ਕਰੇ ਸਭ ਕੋਈ। ਜੈ ਜੈਕਾਰ ਕਰੇ ਸਭ ਕੋਈ, ਜੈ ਜੈਕਾਰ ਕਰੇ ਸਭ ਕੋਈ। ਹਰ ਮਨ ਤਨ ਵਸਿਆ ਸੋਈ, ਹਰ ਮਨ ਤਨ ਵਸਿਆ ਸੋਈ। ਹਰ ਮਨ ਤਨ ਵਸਿਆ ਸੋਈ, ਹਰ ਮਨ ਤਨ ਵਸਿਆ ਸੋਈ। ਉਹਨਾਂ ਦੀ ਜੈ ਜੈਕਾਰ ਸਾਰੇ ਜਗਤ ਵਿੱਚ ਪ੍ਰਸਿੱਧ ਹੁੰਦੀ ਹੈ, ਔਰ ਤਿਨਾਂ ਦੇ ਸਾਰੇ ਝੋਰੇ ਵਸੂਰੇ ਲੱਥ ਜਾਂਦੇ ਨੇ, ਨਿਰਵਿਰਤ ਹੋ ਜਾਂਦੇ ਹਨ। ਪੂਰਨ ਪੁਰਖ ਅਚੁੱਤ ਅਬਿਨਾਸੀ, ਜਸ ਵੇਦ ਪੁਰਾਣੀ ਗਾਇਆ। ਅਕਾਲ ਪੁਰਖ ਜੀ ਪੂਰਨ ਪੁਰਖ ਨੇ। ਧੰਨ ਗੁਰੂ ਰਾਮਦਾਸ ਜੀ ਮਹਾਰਾਜ ਪੂਰਨ ਪੁਰਖ ਨੇ। ਅਚੁੱਤ ਦਾ ਮਤਲਬ ਹੁੰਦਾ ਜੋ ਕਦੇ ਡਿੱਗਣ ਵਾਲੇ ਨਹੀਂ, ਸदैवी ਸਥਿਰ ਨੇ। ਅਬਨਾਸੀ ਜਿਨ੍ਹਾਂ ਦਾ ਕਦੇ ਨਾਸ਼ ਨਹੀਂ ਹੁੰਦਾ, ਵਿਨਾਸ਼ ਤੋਂ ਰਹਿਤ ਨੇ। ਐਸੇ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦਾ ਜਸ ਵੇਦਾਂ ਤੇ ਪੁਰਾਣਾਂ ਵਿੱਚ ਵੀ ਗਾਇਆ ਗਿਆ ਹੈ। ਜਸ ਵੇਦ ਪੁਰਾਣੀ ਗਾਇਆ, ਵੇਦ ਤੇ ਪੁਰਾਣ ਵੀ ਉਸ ਦਾ ਜਸ ਗਾ ਰਹੇ ਨੇ। ਉਹ ਵੀ ਮੇਰੇ ਸਾਹਿਬ ਦੇ ਸਰੂਪ ਦੀ ਉਪਮਾ ਕਰ ਰਹੇ ਹਨ। ਆਪਣਾ ਬਿਰਦ ਰੱਖਿਆ ਪਰਮੇਸ਼ਰ, ਨਾਨਕ ਨਾਮ ਧਿਆਇਆ। ਮੈਂ ਤਾਂ ਕੇਵਲ ਉਸ ਵਾਹਿਗੁਰੂ ਪਰਮੇਸ਼ਰ ਦਾ ਨਾਮ ਧਿਆਇਆ। ਜਿਸ ਦਾ ਨਾਮ ਧਿਆਇਆ ਉਸਨੇ ਆਪਣੇ ਬਿਰਦ ਦੀ ਪਾਲਣਾ ਕੀਤੀ ਹੈ। ਵਾਹਿਗੁਰੂ ਪਰਮੇਸ਼ਰ ਦਾ ਬਿਰਦ ਹੈ ਸ਼ਰਨ ਆਇਆਂ ਨੂੰ ਪਾਲਣਾ, ਗਲ ਲਾਣਾ। ਐਸਾ ਜੋ ਬਿਰਦ ਅਕਾਲ ਪੁਰਖ ਵਾਹਿਗੁਰੂ ਦਾ, ਤੈਸੇ ਬਿਰਦ ਨੂੰ ਅਕਾਲ ਪੁਰਖ ਜੀ ਨੇ ਪਾਲਿਆ ਹੈ। ਔਰ ਮੈਂ ਕੇਵਲ ਉਸ ਵਾਹਿਗੁਰੂ ਪਰਮੇਸ਼ਰ ਦੇ ਅੰਮ੍ਰਿਤ ਨਾਮ ਨੂੰ ਧਿਆਇਆ ਹੈ। ਨਾਮ ਨਿਧ ਸਿਧ ਰਿਧ ਦੀਨੇ ਕਰਤੇ। ਨੌ ਨਿਧੀਆਂ, ਰਿੱਧੀਆਂ, ਸਿੱਧੀਆਂ, ਇਹ ਸਾਰੀਆਂ ਸਾਨੂੰ ਕਰਤਾ ਪੁਰਖ ਵਾਹਿਗੁਰੂ ਪਰਮੇਸ਼ਰ ਨੇ ਦਿੱਤੀਆਂ ਹਨ। ਕਮੀ ਨਹੀਂ ਛੱਡੀ ਮੇਰੇ ਮਾਲਕ ਨੇ ਕਿਸੇ ਤਰ੍ਹਾਂ ਦੀ। ਨੌ ਨਿਧੀਆਂ, ਰਿੱਧੀਆਂ, ਸਿੱਧੀਆਂ,
ਇਹ ਸਾਨੂੰ ਕਰਤਾ ਪੁਰਖ ਵਾਹਿਗੁਰੂ ਪਰਮੇਸ਼ਰ ਨੇ ਬਖਸ਼ੀਆਂ ਹਨ। ਟੋਟ ਨ ਆਵੇ ਕਾਈ ਰਾਮ। ਇੰਨਾ ਕੁਝ ਦੇ ਕੇ ਨਵਾਜਿਆ ਸਾਡੇ ਕਰਤਾ ਪੁਰਖ ਨੇ ਸਾਨੂੰ ਕਿ ਜੋ ਕੁਝ ਉਹਨੇ ਸਾਨੂੰ ਦਿੱਤਾ ਉਹਦੇ 'ਚ ਕਦੇ ਟੋਟਾ ਨਹੀਂ ਆਉਂਦਾ, ਘਾਟਾ ਨਹੀਂ ਪੈਂਦਾ, ਕਮੀ ਨਹੀਂ ਆਉਂਦੀ। ਮੇਰੇ ਸੁਆਮੀ ਨੇ ਸਾਨੂੰ ਜੋ ਕੁਝ ਦਿੱਤਾ, ਧੰਨ ਗੁਰੂ ਰਾਮਦਾਸ ਸਾਹਿਬ ਜੀ ਨੇ ਸਾਨੂੰ ਜੋ ਕੁਝ ਦਿੱਤਾ, ਪੰਜਵੇਂ ਪਾਤਸ਼ਾਹ ਕਹਿੰਦੇ ਉਹਦੇ ਦਿੱਤੇ ਵਿੱਚ ਕਿਸੇ ਪ੍ਰਕਾਰ ਦਾ ਟੋਟਾ ਨਹੀਂ ਆਉਂਦਾ। ਜਿੰਨਾ ਮਰਜ਼ੀ ਖਾਈਏ, ਜਿੰਨਾ ਮਰਜ਼ੀ ਖਰਚੀਏ, ਸਗੋਂ ਜਿੰਨਾ ਖਾਂਦੇ ਤੇ ਖਰਚਦੇ ਹਾਂ ਓਨਾ ਵੱਧਦਾ ਚੱਲਿਆ ਜਾਂਦਾ। ਟੋਟ ਨਾ ਆਵੇ ਵੱਧ ਹੋ ਜਾਈ, ਵੱਧਦਾ ਚੱਲਿਆ ਜਾਂਦਾ, ਇਹਦੇ 'ਚ ਟੋਟਾ ਨਹੀਂ ਆਉਂਦਾ। ਮੇਰੇ ਇਸ ਕਰਤਾ ਪੁਰਖ ਵਾਹਿਗੁਰੂ ਪਰਮੇਸ਼ਰ ਦੀਆਂ ਇਹ ਜਿਹੜੀਆਂ ਦਾਤਾਂ ਹਨ ਇਹਦੇ 'ਚ ਕਮੀ ਨਹੀਂ ਆਉਂਦੀ। ਖਾਤ ਖਰਚਤ ਬਿਲਸਤ ਸੁਖ ਪਾਇਆ, ਕਰਤੇ ਕੀ ਦਾਤ ਸਵਾਈ ਰਾਮ। ਇਸ ਨੂੰ ਖਾਂਦਿਆਂ ਖਰਚਦਿਆਂ ਮਾਣਦਿਆਂ ਸੁਖ ਪਾਇਆ, ਕਰਤੇ ਦੀ ਇਹ ਦਾਤ ਇੰਨੀ ਸਵਾਈ ਹੈ, ਜਿੰਨਾ ਖਾਂਦੇ ਖਰਚਦੇ ਹਾਂ ਉਹ ਨਹੀਂ ਵੱਧਦਾ ਚੱਲਿਆ ਜਾਂਦਾ। ਸਵਾਈ ਦਾ ਮਤਲਬ ਹੁੰਦਾ ਵਧਣਾ। ਇਹ ਹੋਰ ਸਵਾਈ ਹੁੰਦੀ ਚਲੀ ਜਾਂਦੀ ਹੈ। ਕਰਤੇ ਦੀ ਇਹ ਦਾਤ ਸਵਾਈ ਹੈ। ਹਾਂਜੀ, ਦਾਤ ਸਵਾਈ ਨਿਖੁੱਟ ਨ ਜਾਈ, ਅੰਤਰ ਜਾਮੀ ਪਾਇਆ। ਦਾਤ ਸਵਾਈ ਹੈ, ਬਹੁਤੀ ਹੈ ਮੇਰੇ ਕਰਤਾ ਪੁਰਖ ਦੀ। ਗੁਰੂ ਖਾਲਸਾ ਜੀ, ਸਤਿਗੁਰਾਂ ਨੇ ਸਾਨੂੰ ਜੋ ਜੋ ਕੁਝ ਵੀ ਦਿੱਤਾ ਹੈ ਸਵਾਇਆ ਦਿੱਤਾ ਹੈ। ਸਵਾਇਆ ਬਹੁਤ ਕੁਝ ਦਿੱਤਾ ਹੈ। ਜੋ ਜੋ ਵੀ ਮਹਾਰਾਜ ਜੀ ਨੇ ਸਾਨੂੰ ਬਖਸ਼ਿਆ ਬੇਅੰਤ ਹੀ ਦਿੱਤਾ ਹੈ। ਗੁਰਸਿੱਖ ਨੇ ਕਦੇ ਬਿਰਤੀ ਨਹੀਂ ਰੱਖਣੀ ਕਿ ਮੇਰੇ ਸਾਹਿਬ ਨੇ ਸਾਨੂੰ ਆਹ ਚੀਜ਼ ਉਣੀ ਦਿੱਤੀ ਹੈ। ਜੋ ਦਿੱਤਾ ਹੈ ਪੂਰਾ ਹੀ ਦਿੱਤਾ ਹੈ। ਬੇਅੰਤ ਦਾਤਾਂ ਦੇ ਕੇ ਸਾਨੂੰ ਵਾਹਿਗੁਰੂ ਜੀ ਨੇ ਨਿਵਾਜਿਆ ਹੈ। ਉਹ ਸਵਾਈਆਂ ਹਨ, ਬਹੁਤ ਹਨ। ਸਵਾਈ ਦਾ ਮਤਲਬ ਹੁੰਦਾ ਬਹੁਤ ਦਾਤਾਂ ਨੇ, ਔਰ ਇਹ ਕਦੇ ਨਿਖੁੱਟਦੀਆਂ ਨਹੀਂ ਹਨ। ਨਿਖੁੱਟ ਨਾ ਜਾਈ, ਇਹਦੇ ਵਿੱਚ ਕਦੇ ਟੋਟਾ ਨਹੀਂ ਆਉਂਦਾ। ਅੰਤਰ ਜਾਮੀ ਪਾਇਆ, ਅਸੀਂ ਉਸ ਅੰਤਰਯਾਮੀ ਵਾਹਿਗੁਰੂ ਪਰਮੇਸ਼ਰ ਦੇ ਸਰੂਪ ਦੀ ਪ੍ਰਾਪਤੀ ਕਰ ਲਈ ਹੈ। ਉਹ ਸਾਡੇ ਸਾਰਿਆਂ ਦੇ ਦਿਲਾਂ ਦੀਆਂ ਜਾਣਨ ਵਾਲਾ, ਬੁੱਝਣ ਵਾਲਾ ਅੰਤਰਜਾਮੀ ਹੈ। ਓਟ ਬਿਗਨ ਸਗਲੇ ਉਠ ਨਾਠੇ, ਦੁਖ ਨਾ ਨੇੜੇ ਆਇਆ। ਸਾਡੇ ਕਰੋੜਾਂ ਬਿਗਨ ਸਾਰੇ ਉੱਠ ਕੇ ਨੱਠ ਗਏ। ਕਿਸੇ ਵੀ ਪ੍ਰਕਾਰ ਦਾ ਕੋਈ ਬਿਗਨ ਨਹੀਂ ਵਿਆਪਦਾ। ਏਡਾ ਵੱਡਾ ਕਾਰਜ ਸੀ ਦਰਬਾਰ ਸਾਹਿਬ ਦੀ ਸੇਵਾ ਦਾ। ਕਹਿੰਦੇ ਕੋਈ ਬਿਗਨ ਨਹੀਂ ਪਿਆ। ਇੱਕ ਵਾਰ ਕਹਿੰਦੇ ਲੰਗਰ ਮਸਤਾਨਾ ਹੋ ਗਿਆ। ਸਿੱਖਾਂ ਬੇਨਤੀ ਕੀਤੀ, ਮਹਾਰਾਜ ਮਾਇਆ ਵੀ ਮਸਤਾਨੀ ਹੈ, ਲੰਗਰ ਮਸਤਾਨਾ ਹੋ ਗਿਆ, ਸੰਗਤ ਬੜੀ ਸੇਵਾ ਕਰਨ ਵਾਲੀ, ਭੋਜਨ ਦਾ ਪ੍ਰਬੰਧ ਕਿਵੇਂ ਕਰੀਏ? ਪਾਤਸ਼ਾਹ ਨੇ ਬਚਨ ਕੀਤਾ, ਵਾਹਿਗੁਰੂ ਪਰਮੇਸ਼ਰ ਜੀ ਧੰਨ ਗੁਰੂ ਰਾਮਦਾਸ ਜੀ ਭੇਜ ਰਹੇ ਨੇ ਰਸਤਾ। ਸਨਾਮ ਸ਼ਹਿਰ ਦੇ ਵਿੱਚ ਉਸ ਮਹਾਂਪੁਰਸ਼ ਦੀ ਯਾਦ ਬਣੀ ਹੋਈ ਹੈ। ਇਹ ਜਾ ਪਹੁੰਚੇ ਭਾਈ ਗੰਗਾ ਰਾਮ ਜੀ। ਇਹ ਜਵਾਰ ਤੇ ਬਾਜਰਾ ਵੇਚ ਰਹੇ ਸਨ, ਗੱਡੇ ਭਰੇ ਹੋਏ। ਭਰੇ ਭਰਾਏ ਗੱਡੇ ਲਿਆ ਕੇ ਮਹਾਰਾਜ ਜੀ ਨੂੰ ਭੇਟ ਕਰ ਦਿੱਤੇ। ਗਿਣਤੀ ਮਿਣਤੀ ਨਹੀਂ ਕੀਤੀ। ਪਾਤਸ਼ਾਹ ਆਖਿਆ, ਗੰਗਾ ਰਾਮ ਜੀ ਮਾਇਆ ਆਪ ਜੀ ਨੂੰ ਪ੍ਰਾਪਤ ਹੋਵੇਗੀ, ਪਰ ਸਮਾਂ ਪਾ ਕੇ। ਪੂਰਨ ਬ੍ਰਹਮ ਗਿਆਨ ਦੀ ਅਵਸਥਾ ਉਹਨਾਂ ਨੂੰ ਪ੍ਰਾਪਤ ਹੋਈ। ਤੋ ਕਹਿਣ ਤੋਂ ਭਾਵ ਏਡੇ ਵੱਡੇ ਕਾਰਜ ਨੂੰ ਕਰਦੇ ਆ, ਕਿਸੇ ਪ੍ਰਕਾਰ ਦਾ ਕੋਈ ਵਿਘਨ ਨਹੀਂ ਆਇਆ। ਮਹਾਰਾਜ ਜੀ ਦੱਸ ਰਹੇ ਨੇ, ਕੋਟ ਵਿਘਨ ਸਗਲੇ ਉਠ ਨਾਠੇ, ਦੁੱਖ ਨਾ ਨੇੜੇ ਆਇਆ, ਕੋਈ ਦੁੱਖ ਕਲੇਸ਼ ਨੇੜੇ ਨਹੀਂ ਆਇਆ।
ਕੋਈ ਦੁੱਖ, ਜਿਹੜਾ ਕਾਮ ਹੈ ਵੀ ਦੁੱਖ ਦਿੰਦਾ, ਕ੍ਰੋਧ ਵੀ ਦੁੱਖ ਦਿੰਦਾ, ਈਰਖਾ ਬਖੀਲੀ ਸਾਰੇ ਵਿਕਾਰ ਦੁਖਦਾਈ ਨੇ। ਕਹਿੰਦੇ ਇਹ ਦੁੱਖ ਸਾਡੇ ਨੇੜੇ ਨਹੀਂ ਆਉਂਦੇ। ਸਾਡੇ ਕਰੋੜਾਂ ਵਿਘਨ ਉੱਠ ਕੇ ਨੱਠ ਗਏ ਹਨ ਪਰਮੇਸ਼ਰ ਦਾ ਭਜਨ ਕਰਦਿਆਂ। ਸ਼ਾਂਤ ਸਹਿਜ ਆਨੰਦ ਕਨੇਰੇ, ਬਿਨਸੀ ਭੂਖ ਸਵਾਈ। ਹਿਰਦੇ ਵਿੱਚ ਸ਼ਾਂਤੀ ਹੈ, ਆਨੰਦ ਹੈ, ਕਨੇਰਾ ਬਹੁਤ ਸਾਰਾ। ਸਾਡੀਆਂ ਸਾਰੀਆਂ ਭੁੱਖਾਂ ਬਿਨਸ ਗਈਆਂ ਹਨ। ਹਿਰਦੇ 'ਚ ਕਿਸੇ ਪ੍ਰਕਾਰ ਦੇ ਪਦਾਰਥ ਦੀ ਭੁੱਖ ਨਹੀਂ ਰਹੀ। ਇਹ ਵੀ ਕਿੱਡੀ ਵੱਡੀ ਅਮੋਲਕ ਦਾਤ ਹੈ ਜਿਹੜੀ ਸਤਿਗੁਰੂ ਗੁਰੂ ਰਾਮਦਾਸ ਜੀ ਦੇ ਦਰਬਾਰ 'ਚੋਂ ਪ੍ਰਾਪਤ ਹੁੰਦੀ ਸਿੱਖਾਂ ਨੂੰ। ਇਹ ਸਾਰੀਆਂ ਭੁੱਖਾਂ ਬਿਨਸ ਗਈਆਂ। ਹਿਰਦੇ ਵਿੱਚ ਕਿਸੇ ਪ੍ਰਕਾਰ ਦੇ ਪਦਾਰਥ ਦੀ ਕੋਈ ਭੁੱਖ ਨਹੀਂ ਰਹੀ। ਨਾਨਕ ਗੁਣ ਗਾਵੇ ਸੁਆਮੀ ਕੇ, ਅਚਰਜ ਜਿਸ ਵਡਿਆਈ ਰਾਮ। ਧੰਨ ਗੁਰੂ ਅਰਜਨ ਦੇਵ ਸਾਹਿਬ ਫਰਮਾਉਂਦੇ ਹਨ ਕਿ ਅਸੀਂ ਉਸ ਸੁਆਮੀ ਵਾਹਿਗੁਰੂ ਪਰਮੇਸ਼ਰ ਦੇ ਗੁਣ ਗਾਉਂਦੇ ਹਾਂ ਜਿਸ ਦੀ ਵਡਿਆਈ ਅਚਰਜ ਹੈ, ਹੈਰਾਨ ਕਰ ਦੇਣ ਵਾਲੀ ਹੈ, ਵਿਸਮਾਦ ਹੈ। ਪਰਮੇਸ਼ਰ ਦੀ ਵਡਿਆਈ ਵਿਸਮਾਦ ਰੂਪ ਹੈ ਗੁਰੂ ਖਾਲਸਾ ਜੀ, ਤੇ ਜਿਸ ਦੀ ਵਡਿਆਈ ਵਿਸਮਾਦ ਸਵਰੂਪ ਹੈ, ਅਸੀਂ ਉਸ ਸੁਆਮੀ ਦੇ ਕਰਤੇ ਦੇ ਪਵਿੱਤਰ ਸ਼ੁਭ ਗੁਣਾਂ ਨੂੰ ਗਾਇਨ ਕਰਦੇ ਹਾਂ। ਜਿਸ ਕਾ ਕਾਰਜ ਤਿਹ ਕੀਆ, ਮਾਨ ਸਕਿਆ ਵਿਚਾਰਾ ਰਾਮ। ਇਹ ਬਿਰਤੀ ਹੋਣੀ ਚਾਹੀਦੀ ਹੈ ਕਿਸੇ ਵੀ ਕਾਰਜ ਨੂੰ ਕਰਨ ਵੇਲੇ ਕਿ ਜਿਸ ਦਾ ਸੀ ਉਸੇ ਨੇ ਕੀਤਾ, ਅਸੀਂ ਕੀ ਹਾਂ ਕਰਨ ਵਾਲੇ। ਇਸ ਬੰਦੇ ਦੇ ਮਨੁੱਖ ਦੇ ਅਖਤਿਆਰ ਕੀ ਹੈ, ਇਹਦੇ ਵੱਸ ਕੀ ਹੈ। ਕੋਈ ਵੀ ਧਾਰਮਿਕ ਕਾਰਜ ਕਰਦੇ ਹੋ, ਕਿਸੇ ਵੀ ਪ੍ਰਕਾਰ ਦੀ ਕੋਈ ਤੁਸੀਂ ਧਾਰਮਿਕ ਸੇਵਾ ਕਰਦੇ ਹੋ, ਉਸ ਧਾਰਮਿਕ ਕਾਰਜ ਨੂੰ ਕਰਦਿਆਂ, ਸੇਵਾ ਨੂੰ ਕਰਦਿਆਂ ਇਹੀ ਬਿਰਤੀ ਹੋਣੀ ਚਾਹੀਦੀ ਜਿਸ ਦਾ ਸੀ ਉਸੇ ਨੇ ਕੀਤਾ। ਗੁਰੂ ਦਾ ਕਾਰਜ ਸੀ, ਗੁਰੂ ਨੇ ਕੀਤਾ, ਮੈਂ ਮਾਨਸ ਵਿਚਾਰਾ ਕੀ ਹਾਂ। ਇਹ ਜਿਹੜਾ ਮਿੱਟੀ ਦਾ ਪੁਤਲਾ ਹੈ, ਇਹਦੇ 'ਚ ਕੀ ਤਾਕਤ ਹੈ ਕੁਝ ਕਰਮ ਕਰਨ ਦੀ। ਇਸ ਕਰਕੇ ਇਹੀ ਬਿਰਤੀ ਹੋਣੀ ਚਾਹੀਦੀ ਕਿ ਕਰਤੇ ਨੇ ਹੀ ਸਭ ਕੁਝ ਕੀਤਾ, ਮੇਰੇ ਇਸ ਤਨ ਵਿੱਚ ਕੁਝ ਵੀ ਕਰਨ ਦੀ ਸਮਰੱਥਾ ਨਹੀਂ। ਅਸੀਂ ਜਦੋਂ ਸ੍ਰੀ ਆਨੰਦ ਸਾਹਿਬ ਦਾ ਪਾਠ ਕਰਦੇ ਹਾਂ ਨਾ, ਕਿਸੇ ਵੀ ਕਾਰਜ ਨੂੰ ਕਰਨ ਵੇਲੇ ਕੜਾਹ ਪ੍ਰਸ਼ਾਦ ਦੀ ਦੇਗ ਤਿਆਰ ਕਰਕੇ ਰੱਖ ਕੇ ਆਨੰਦ ਸਾਹਿਬ ਦਾ ਪਾਠ ਕਰਦੇ ਹਾਂ, ਫਿਰ ਅਰਦਾਸ ਕਰਦੇ ਹਾਂ। ਆਨੰਦ ਸਾਹਿਬ ਦਾ ਪਾਠ ਕਰਨ ਦਾ ਮਤਲਬ ਇਹੀ ਹੈ ਵੀ ਉਹ ਮੁੰਦਾਵਣੀ ਲੱਗ ਜਾਂਦੀ ਹੈ, ਮਹਾਰਾਜ ਇਹ ਤੁਹਾਡਾ ਕਾਰਜ ਹੈ, ਹੁਣ ਆਪ ਜੀ ਨੇ ਕਰਨਾ। ਇਹ ਕਾਰਜ ਆਪ ਜੀ ਦਾ, ਆਪ ਜੀ ਨੇ ਕਰਨਾ। ਕੋਈ ਵੀ ਅਸੀਂ ਦਰਬਾਰ ਦੀ ਦੀਵਾਨ ਦੀ ਸਮਾਪਤੀ ਹੋਵੇ ਜਾਂ ਕਿਸੇ ਕਾਰਜ ਦੀ ਆਰੰਭਤਾ ਕਰਨੀ ਹੋਵੇ ਤਾਂ ਉਸ ਵੇਲੇ ਕੜਾਹ ਪ੍ਰਸ਼ਾਦ ਦੀ ਦੇਗ ਰੱਖ ਕੇ ਆਨੰਦ ਸਾਹਿਬ ਦਾ ਪਾਠ ਕਰਕੇ ਅਰਦਾਸ ਕਰੀ ਦੀ। ਮਹਾਰਾਜ ਇਹ ਆਨੰਦ ਸਾਹਿਬ ਦੀ ਜੋ ਬਾਣੀ ਪੜ੍ਹੀ ਹੈ, ਇਹਦਾ ਮਤਲਬ ਇਹ ਮੁੰਦਾਵਣੀ ਹੈ, ਸਟੈਂਪ ਲੱਗ ਗਈ ਉੱਤੇ, ਮੋਹਰ ਲੱਗ ਗਈ, ਇਹ ਕਾਰਜ ਤੁਹਾਡਾ, ਤੁਸੀਂ ਕਰਨਾ, ਸਾਡੇ ਵੱਸ ਨਹੀਂ। ਤੋ ਇੱਥੇ ਗਰੀਬ ਨਵਾਜ ਦਇਆਨਿਧ ਸਾਹਿਬ ਸੱਚੇ ਪਾਤਸ਼ਾਹ ਕਹਿੰਦੇ, ਮਾਨਸ ਕਿਆ ਵਿਚਾਰਾ ਰਾਮ, ਬੰਦਾ ਕੀ ਹੈ ਵਿਚਾਰਾ। ਜਿਸ ਨਿਰੰਕਾਰ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦਾ ਕਾਰਜ ਸੀ, ਯਾਨੀ ਕਿ ਇਹ ਕਾਰਜ ਸੀ ਧੰਨ ਗੁਰੂ ਰਾਮਦਾਸ ਜੀ ਦਾ। ਅੰਮ੍ਰਿਤਸਰ ਸਰੋਵਰ ਦੀ ਜਿਹੜੀ ਸੇਵਾ ਹੋ ਰਹੀ ਹੈ, ਇਹ ਕਾਰਜ ਸਤਿਗੁਰਾਂ ਦਾ ਸੀ, ਜਿਨ੍ਹਾਂ ਦਾ ਸੀ ਉਹਨਾਂ ਨੇ ਕਰ ਲਿਆ। ਮੈਂ ਮਾਨਸ, ਆਪਣੇ ਆਪ ਨੂੰ ਵਿਨਿਮਰਤਾ ਸਹਿਤ ਕਹਿੰਦੇ ਹਨ, ਮੈਂ ਮਾਨਸ ਵਿਚਾਰਾ ਕੀ ਹਾਂ ਕਿ ਕੰਮ ਕਰ ਸਕਦਾ, ਇਹ ਸੇਵਾ ਕਰ ਸਕਦਾ। ਭਗਤ ਸੋਹਨ ਹਰਿ ਕੀ ਗੁਣ ਗਾਵੇ, ਸਦਾ ਕਰਹਿ ਜੈਕਾਰ ਰਾਮ। ਸਾਧ ਸੰਗਤ ਰੂਪੀ ਅੰਮ੍ਰਿਤ ਸਥਾਲ ਵਿੱਚ ਪਰਮੇਸ਼ਰ ਦੀ ਭਗਤੀ ਕਰਨ ਵਾਲੇ ਭਗਤ ਸ਼ੋਭਨੀਕ ਹੁੰਦੇ ਨੇ।
ਔਰ ਉਹ ਭਗਤ ਇਕੱਤਰ ਹੋ ਕੇ ਹਰੀ ਪਰਮੇਸ਼ਰ ਦੇ ਗੁਣ ਗਾਉਂਦੇ ਨੇ। ਭਗਤ ਸੋਹਨ ਹਰ ਕੇ ਗੁਣ, ਹਰੀ ਦੇ ਗੁਣ ਗਾਉਂਦੇ ਨੇ ਉਹ ਰੱਬ ਦੇ ਪਿਆਰੇ ਭਗਤ ਜਨ। ਔਰ ਸਦਾ ਹੀ ਸੰਗਤ ਵਿੱਚ ਇਕੱਤਰ ਹੋ ਕੇ ਉਹ ਆਪਣੇ ਮਾਲਕ ਦੀ ਜੈ ਜੈਕਾਰ ਦਾ ਨਾਦ ਉਚਾਰਦੇ ਨੇ। ਸਦਾ ਕਰਹਿ ਜੈਕਾਰਾ ਰਾਮ, ਸਦਾ ਹੀ ਜੈ ਜੈਕਾਰ ਕਰਦੇ ਨੇ। ਧੰਨ ਸ੍ਰੀ ਗੁਰੂ ਰਾਮਦਾਸ ਜੀ ਦੇ ਪਵਿੱਤਰ ਦਰਬਾਰ 'ਚ ਪਰਮੇਸ਼ਰ ਦੀ ਭਗਤੀ ਕਰਨ ਵਾਲੇ ਭਗਤ ਜਨ ਇਕੱਤਰ ਹੋ ਕੇ ਸदैव ਨਿਰੰਕਾਰ ਦੇ ਗੁਣਾਂ ਨੂੰ ਗਾਉਂਦੇ ਹਨ। ਤਿੱਥੇ ਸਦਾ ਹੀ ਵਾਹਿਗੁਰੂ ਪਰਮੇਸ਼ਰ ਦੀ ਕੀਰਤੀ ਦਾ ਜੈ ਜੈਕਾਰ ਦਾ ਨਾਦ ਗੂੰਜਦਾ ਹੈ। ਰਾਤ ਨੂੰ ਸੁਖ ਆਸਣ ਦੀ ਸੇਵਾ ਤੋਂ ਬਾਅਦ ਸੰਗਤ ਤਾਂ ਬਾਕੀ ਚਲੀ ਜਾਂਦੀ ਹੈ, ਫਿਰ ਗੁਰਮੁਖ ਪਿਆਰੇ ਸੇਵਾਦਾਰ ਉੱਥੇ ਧੁਆਈ ਵਾਲੇ ਹਾਜ਼ਰ ਹੋ ਜਾਂਦੇ ਹਨ, ਫਿਰ ਵਿਛਾਈ ਵਾਲੇ ਹਾਜ਼ਰ ਹੋ ਜਾਂਦੇ ਹਨ। ਉਹ ਧੁਆਈ ਕਰਨ ਵਾਲੇ, ਵਿਛਾਈ ਕਰਨ ਵਾਲੇ ਜਿਹੜੇ ਗੁਰਸਿੱਖ ਨੇ ਉਹ ਵੀ ਗੁਰਬਾਣੀ ਪੜ੍ਹਦਿਆਂ ਸੇਵਾ ਕਰਦੇ। ਯਾਨੀ ਕਿ 24 ਘੰਟਿਆਂ ਵਿੱਚੋਂ ਇੱਕ ਵੀ ਐਸਾ ਛਣ ਨਹੀਂ ਜਦੋਂ ਦਰਬਾਰ ਸਾਹਿਬ ਦੇ ਅੰਦਰ ਨਿਰੰਕਾਰ ਪਰਮੇਸ਼ਰ ਦੀ ਕੀਰਤੀ ਨਾ ਹੋ ਰਹੀ ਹੋਵੇ। ਉੱਥੇ ਰੱਬ ਦੇ ਪਿਆਰੇ ਭਗਤ ਜਨ ਇਕੱਤਰ ਹੋ ਕੇ ਵਾਹਿਗੁਰੂ ਪਰਮੇਸ਼ਰ ਦਾ ਜਸ ਕਰਦੇ ਹਨ ਔਰ ਸਦਾ ਹੀ ਨਿਰੰਕਾਰ ਵਾਹਿਗੁਰੂ ਪਰਮੇਸ਼ਰ ਦੀ ਜੈ ਜੈਕਾਰ ਦਾ ਨਾਦ ਗੂੰਜਦਾ ਹੈ। ਗੁਣ ਗਾਏ ਗੋਬਿੰਦ ਆਨੰਦ ਉਪਜੈ, ਸਾਧ ਸੰਗਤ ਸੰਗ ਬਣੀ। ਰੱਬ ਦੇ ਪਿਆਰੇ ਗੋਬਿੰਦ ਵਾਹਿਗੁਰੂ ਪਰਮੇਸ਼ਰ ਦੇ ਗੁਣਾਂ ਨੂੰ ਗਾਉਂਦੇ ਨੇ, ਤਿਨਾਂ ਦੇ ਹਿਰਦੇ 'ਚ ਆਨੰਦ ਉਪਜਦਾ ਹੈ। ਆਨੰਦ ਸਾਧ ਸੰਗਤ ਸੰਗ ਬਣੀ, ਰੱਬ ਦੇ ਪਿਆਰਿਆਂ ਗੁਰਮੁਖਾਂ ਦੀ ਸਾਧ ਸੰਗਤ ਦੇ ਨਾਲ ਬਣੀ ਹੋਈ। ਸਾਧ ਸੰਗਤ ਦੇ ਸੰਗ ਨਾਲ ਤਿਨਾਂ ਗੁਰਮੁਖਾਂ ਦਾ ਮੇਲ ਹੈ। ਸਾਧ ਸੰਗਤ ਦੇ ਸੰਗ ਦੇ ਵਿੱਚੋਂ ਹੀ ਤਿਨਾਂ ਨੂੰ ਸਭ ਕੁਝ ਪ੍ਰਾਪਤ ਹੁੰਦਾ ਹੈ। ਜਿਨ ਉਦਮ ਕੀਆ ਤਾਲ ਕੇਰਾ, ਤਿਸ ਕੀ ਉਪਮਾ ਕਿਆ ਗਣੀ। ਆਹਾ, ਜਿਨ੍ਹਾਂ ਨੇ ਉਦਮ ਕੀਤਾ ਇਸ ਤਾਲ ਨੂੰ ਬਣਾਉਣ ਦਾ, ਉਦਮ ਕਿਹਨਾਂ ਕੀਤਾ? ਧੰਨ ਗੁਰੂ ਅਮਰਦਾਸ ਜੀ ਮਹਾਰਾਜ ਜੀ ਨੇ। ਉਹਨਾਂ ਕਿਹਾ ਗੁਰੂ ਰਾਮਦਾਸ ਜੀ ਨੂੰ ਜਾ ਕੇ ਤੁਸੀਂ ਅੰਮ੍ਰਿਤਸਰ ਸਰੋਵਰ ਬਣਾਓ, ਸਰੋਵਰ ਦੀ ਸਥਾਪਨਾ ਕਰੋ। ਕਹਿੰਦੇ ਜਿਨ੍ਹਾਂ ਨੇ ਉਦਮ ਕੀਤਾ ਇਸ ਤਾਲ ਨੂੰ ਬਣਾਉਣ ਦਾ, ਉਹਨਾਂ ਦੀ ਉਪਮਾ ਕੀ ਕਰੀਏ? ਕਹਿੰਦੇ ਉਹਨਾਂ ਦੀ ਤਾਂ ਉਪਮਾ ਉਹਨਾਂ ਨੂੰ ਹੀ ਬਣ ਆਉਂਦੀ ਹੈ। ਕੀ ਕਹੀਏ ਉਹਨਾਂ ਦੀ ਉਪਮਾ ਵਿੱਚ? ਉਹਨਾਂ ਦੀ ਉਪਮਾ ਤਾਂ ਕਹੀ ਨਹੀਂ ਜਾ ਸਕਦੀ, ਬੇਅੰਤ ਹੈ। ਔਰ ਤਿਨਾਂ ਦੀ ਉਪਮਾ ਉਹਨਾਂ ਨੂੰ ਹੀ ਬਣ ਆਉਂਦੀ ਹੈ। ਫਿਰ ਜਿਨ੍ਹਾਂ ਨੇ ਸਾਧ ਸੰਗਤ ਕਰਨ ਦਾ ਇਹ ਉਦਮ ਕੀਤਾ ਹੈ, ਐਸਾ ਵੀ ਕਹਿੰਦੇ ਹਨ, ਸਾਧ ਸੰਗਤ ਕਰਨ ਦਾ, ਬਣਾਉਣ ਦਾ ਉਦਮ ਕੀਤਾ ਹੈ ਭਾਈ, ਉਹ ਸਾਧ ਸੰਗਤ ਵਿੱਚ ਬੈਠ ਕੇ ਪਰਮੇਸ਼ਰ ਦਾ ਭਜਨ ਕਰਨ ਦਾ ਉਦਮ ਕਰਨ ਵਾਲੇ ਗੁਰਮੁਖਾਂ ਦੀ ਉਪਮਾ ਕੀ ਕਰੀਏ? ਉਹਨਾਂ ਦੀ ਵੀ ਉਪਮਾ ਨਹੀਂ ਕਹੀ ਜਾ ਸਕਦੀ ਜਿਹੜੇ ਸਤ ਸੰਗਤ ਵਿੱਚ ਇਕੱਤਰ ਹੋ ਕੇ ਪਰਮੇਸ਼ਰ ਦਾ ਭਜਨ ਕਰਦੇ ਹਨ। 68 ਤੀਰਥ ਪੁੰਨ ਕਰਿਆ, ਮਹਾ ਨਿਰਮਲ ਚਾਰਾ। 68 ਤੀਰਥਾਂ ਦਾ ਇਸ਼ਨਾਨ, ਪੁੰਨ ਕਿਰਿਆਵਾਂ, ਕਰਮ ਕਾਂਡ ਕਰਨੇ, ਮਹਾ ਨਿਰਮਲ ਆਚਰਣ, ਇਹ ਜਿਤਨੇ ਵੀ ਪੁੰਨ ਆਦਿ ਕਰਮ ਹਨ। ਪਤਿਤ ਪਾਵਨ ਬਿਰਦ ਸੁਆਮੀ, ਨਾਨਕ ਸ਼ਬਦ ਆਧਾਰਾ। ਅੰਮ੍ਰਿਤਸਰ 'ਚ ਚੁੱਭਾ ਲਾਉਂਦਿਆਂ 68 ਤੀਰਥਾਂ ਦੇ ਇਸ਼ਨਾਨ ਦਾ ਮਹਾਤਮ ਪ੍ਰਾਪਤ ਹੋ ਜਾਂਦਾ ਹੈ। ਸਾਰੇ ਪੁੰਨ, ਸਾਰੇ ਸ਼ੁਭ ਕਿਰਿਆਵਾਂ, ਕਰਮ ਕਾਂਡਾਂ ਦਾ ਫਲ ਸੰਗ ਅੰਮ੍ਰਿਤਸਰ ਸਰੋਵਰ 'ਚ ਇਸ਼ਨਾਨ ਕਰਦੇ ਹੀ ਪ੍ਰਾਪਤ ਹੋ ਜਾਂਦਾ ਹੈ। ਇਸ ਤਰ੍ਹਾਂ ਵੀ ਮਹਾਂਪੁਰਸ਼ ਅਰਥ ਕਰਦੇ ਹੈ ਕਿ ਸਾਧ ਸੰਗਤ ਰੂਪੀ ਇਸ ਪਾਵਨ ਅੰਮ੍ਰਿਤ ਤਾਲ ਵਿੱਚ ਬੈਠ ਕੇ ਕਥਾ ਕੀਰਤਨ ਕਰਦਿਆਂ ਸੁਣਦਿਆਂ 68 ਤੀਰਥਾਂ ਦਾ ਪੁੰਨ ਪ੍ਰਾਪਤ ਹੋ ਜਾਂਦਾ ਹੈ। ਵੱਖਰੇ 68 ਤੀਰਥਾਂ ਤੇ ਜਾ ਕੇ ਇਸ਼ਨਾਨ ਦੀ ਜ਼ਰੂਰਤ ਨਹੀਂ ਰਹਿ ਜਾਂਦੀ। ਇੱਥੇ ਆ ਕੇ ਨਿਰਮਲ ਆਚਰਣ, ਸ੍ਰੇਸ਼ਟ ਆਚਰਣ ਜੋ ਹੈ ਸੰਗਤ ਵਿੱਚ ਆ ਕੇ ਹਾਸਲ ਹੋ ਜਾਂਦਾ, ਪ੍ਰਾਪਤ ਹੋ ਜਾਂਦਾ ਹੈ। ਹਿਰਦਾ ਸ਼ੁੱਧ ਹੋ ਜਾਂਦਾ, ਅੰਤਸ਼ਕਰਨ ਸ਼ੁੱਧ ਹੋ ਜਾਂਦਾ, ਮਨ ਪਵਿੱਤਰ ਹੋ ਜਾਂਦਾ, ਇਹਦੀ ਮੈਲ ਨਿਰਵਿਰਤ ਹੋ ਜਾਂਦੀ ਹੈ। ਮੇਰੇ ਸੁਆਮੀ ਦਾ ਬਿਰਦ ਹੈ ਪਤਿਤ ਪਾਵਨ, ਪਤਿਤਾਂ ਨੂੰ ਪਵਿੱਤਰ ਕਰਨਾ ਇਹ ਮੇਰੇ ਸੁਆਮੀ ਦਾ ਬਿਰਦ ਹੈ, ਪ੍ਰਣ ਹੈ।
ਜਿਸ ਤਰ੍ਹਾਂ ਕਹਿੰਦੇ ਆ ਨਾ ਵੀ ਇਹ ਉਹਦੀ ਖਾਸੀਅਤ ਹੈ। ਖਾਸ ਗੁਣ ਕੀ ਹੈ ਮੇਰੇ ਮਾਲਕ ਦਾ ਕਿ ਉਹ ਸਾਡੇ ਜੇ ਪਤਤਾਂ ਨੂੰ ਪਵਿੱਤਰ ਕਰਨ ਵਾਲਾ, ਪਾਵਨ ਕਰਨ ਵਾਲਾ। ਐਸਾ ਜੋ ਮੇਰਾ ਸੁਆਮੀ ਪਤਤਾਂ ਨੂੰ ਪਾਵਨ ਕਰਨ ਵਾਲਾ, ਉਹਦਾ ਜਿਸ ਦਾ ਬਿਰਧ ਹੈ, ਧੰਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਕਹਿੰਦੇ ਮੈਨੂੰ ਉਸੇ ਦੇ ਸ਼ਬਦ ਦਾ ਆਧਾਰ ਆਸਰਾ ਹੈ। ਨਾਨਕ ਸ਼ਬਦ ਹੀ ਆਧਾਰਾ, ਉਸ ਦੇ ਸ਼ਬਦ ਦਾ ਹੀ ਮੈਨੂੰ ਆਸਰਾ ਹੈ। ਗੁਣ ਨਿਧਾਨ ਮੇਰਾ ਪ੍ਰਭ ਕਰਤਾ, ਉਸਤਤ ਕਵਣ ਕਰੀਜੈ ਰਾਮ। ਮੇਰਾ ਪ੍ਰਭੂ ਗੁਣਾਂ ਦਾ ਖਜ਼ਾਨਾ ਹੈ। ਸਾਰੇ ਗੁਣ ਮੇਰੇ ਮਾਲਕ ਵਿੱਚ ਹਨ। ਸਾਰੇ ਗੁਣਾਂ ਦੇ ਸਹਿਤ ਮੇਰਾ ਮਾਲਕ ਹੈ, ਪਰ ਮੈਂ ਹੀ ਔਗੁਣਾਂ ਦਾ ਭਰਿਆ ਹੋਇਆ ਹਾਂ। ਮੇਰੇ ਸੁਆਮੀ ਵਿੱਚ ਸਾਰੇ ਗੁਣ ਨੇ। ਉਹ ਸਾਰੇ ਜਗਤ ਦਾ ਕਰਤਾ ਹੈ, ਸਾਰੇ ਸੰਸਾਰ ਦਾ ਮਾਲਕ ਹੈ। ਏ ਮੇਰੇ ਸੁਆਮੀ, ਮੈਂ ਤੇਰੀ ਕੀ ਉਸਤਤ ਕਰਾਂ। ਉਸਤਤ ਕੌਣ ਕਰੀਜੈ ਰਾਮ। ਹੈ ਰਾਮ, ਤੇਰੀ ਮੈਂ ਕੀ ਉਸਤਤ ਕਰਾਂ। ਤੂੰ ਗੁਣਾਂ ਦਾ ਖਜ਼ਾਨਾ, ਸਾਰੇ ਜਗਤ ਦਾ ਕਰਤਾ ਹੈ। ਆਪ ਜੀ ਦੀ ਉਪਮਾ ਵਿੱਚ ਕੀ ਆਖੀਏ, ਕੀ ਕਹੀਏ ਮੇਰੇ ਸੁਆਮੀ ਜੀ। ਆਪ ਜੀ ਦੀ ਉਪਮਾ ਬੇਅੰਤ ਹੈ, ਬੇਅੰਤ ਹੈ, ਨਹੀਂ ਅੰਤ ਪਾਇਆ ਜਾ ਸਕਦਾ। ਮੇਰੇ ਸੁਆਮੀ ਦੀ ਉਸਤਤ ਬੇਅੰਤ ਹੈ। ਸੰਤਾਂ ਕੀ ਬੇਨੰਤੀ ਸੁਆਮੀ, ਨਾਮ ਮਹਾਰਸ ਦੀਜੈ ਰਾਮ। ਸੰਤ ਜਨਾਂ ਦੀ ਬੇਨਤੀ ਹੈ, ਸੰਤ ਜਨਾਂ ਦੀ ਪੁਕਾਰ ਹੈ ਆਪ ਜੀ ਦੇ ਚਰਨਾਂ ਵਿੱਚ। ਮਹਾਰਾਜ ਕਿਰਪਾ ਕਰਕੇ ਸਾਨੂੰ ਆਪਣੇ ਨਾਮ ਦਾ ਮਹਾਰਸ ਪ੍ਰਦਾਨ ਕਰੋ। ਨਾਮ ਮਹਾਰਸ ਦੀਜੈ ਰਾਮ। ਮਹਾਰਾਜ ਆਪਣੇ ਅੰਮ੍ਰਿਤ ਨਾਮ ਦਾ ਮਹਾਰਸ ਉਹ ਕਿਰਪਾ ਕਰਕੇ ਸਾਨੂੰ ਬਖਸ਼ ਦਿਓ ਮੇਰੇ ਸੁਆਮੀ ਜੀ, ਮੇਰੇ ਮਾਲਕ ਜੀ। ਇਹ ਸਾਡੀ ਆਪ ਜੀ ਦੇ ਚਰਨਾਂ ਵਿੱਚ ਬੇਨਤੀ ਹੈ ਕਿ ਨਾਮ ਦਾ ਰਸ ਦੁਨੀਆ ਦੇ ਸਾਰੇ ਰਸਾਂ ਚੋਂ ਸ਼੍ਰੋਮਣੀ ਰਸ ਹੈ। ਕਿਰਪਾ ਕਰਕੇ ਸਾਨੂੰ ਆਪਣੇ ਭਜਨ ਦਾ, ਨਾਮ ਦਾ ਰਸ ਬਖਸ਼ੋ। ਨਾਮ ਦੀਜੈ ਦਾਨ ਕੀਜੈ, ਵਿਸਰਣਾਹੀ ਇਕ ਖਿਨੋ। ਮਹਾਰਾਜ ਸਾਨੂੰ ਆਪਣੇ ਨਾਮ ਦਾ ਦਾਨ ਕਰੋ। ਨਾਮ ਦੀਜੈ, ਨਾਮ ਦਿਓ, ਦਾਨ ਕੀਜੈ, ਸਾਨੂੰ ਦਾਨ ਦਿਓ। ਬਿਸਰਨਾਹੀ ਇਕ ਖਿਨੋ। ਇੱਕ ਖਿਨ ਮਾਤਰ ਵੀ ਸੁਆਮੀ ਜੀ ਸਾਡੇ ਹਿਰਦੇ ਚੋਂ ਨਾ ਵਿਸਰੋ। ਸਾਨੂੰ ਇਹ ਦਾਨ ਬਖਸ਼ ਦੇ। ਇੱਕ ਖਿਨ ਮਾਤਰ ਦਾ ਸਮਾਂ ਵੀ ਹਿਰਦੇ ਚੋਂ ਨਾ ਵਿਸਰੋ। ਵਿਸਰ ਨਾਹੀ ਦਾਤਾਰ, ਆਪਣਾ ਨਾਮ ਦੇਹੋ। ਮਹਾਰਾਜ ਇੱਕ ਖਿਨ ਮਾਤਰ ਦਾ ਸਮਾਂ, ਇੱਕ ਨਿਮਖ ਮਾਤਰ ਦਾ ਸਮਾਂ ਵੀ ਸਾਡੇ ਹਿਰਦੇ ਚੋਂ ਨਾ ਵਿਸਰੋ। ਐਸਾ ਦਾਨ ਆਪ ਜੀ ਕਿਰਪਾ ਕਰਕੇ ਸਾਨੂੰ ਬਖਸ਼ੋ। ਇਹ ਦਾਨ ਗੁਰਸਿੱਖ ਗੁਰੂ ਚਰਨਾਂ ਚੋਂ ਮੰਗਦੇ ਹਨ ਕਿ ਮਹਾਰਾਜ ਨਾ ਭੁੱਲੀ, ਨਾ ਭੁਲਾਈ, ਨਾ ਵਿਸਰੀ, ਨਾ ਵਿਸਾਰੀ। ਮਹਾਰਾਜ ਨਾ ਭੁੱਲਿਓ ਤੇ ਨਾ ਭੁਲਾਇਓ, ਚੇਤੇ ਰਹਿਓ ਸਾਡੀ ਸੁਰਤ ਵਿੱਚ। ਸदैवी ਯਾਦ ਤੁਹਾਡੀ ਸਾਡੇ ਹਿਰਦੇ 'ਚ ਬਣੀ ਰਹੇ। ਇਹ ਸਵਾਸ ਮਣਕੇ ਬਣ ਜਾਣ ਤੇ ਹਰ ਇੱਕ ਸਵਾਸ ਦੇ ਮਣਕੇ ਤੇ ਮਹਾਰਾਜ ਆਪ ਜੀ ਦੇ ਅੰਮ੍ਰਿਤ ਨਾਮ ਨੂੰ ਜਪੀਏ ਹਰ ਸਾਹ ਨਾਲ। ਐਸੀ ਦਾਤ ਮਹਾਰਾਜ ਜੀ ਕਿਰਪਾ ਕਰਕੇ ਸਾਨੂੰ ਬਖਸ਼ ਕੇ ਨਿਵਾਜੋ ਦਇਆਨਿਧ ਸੁਆਮੀ। ਬਿਸਰ ਨਾਹੀ ਇੱਕ ਖਿਨੋ। ਇੱਕ ਖਿਨ ਮਾਤਰ ਦਾ ਸਮਾਂ ਵੀ ਸਾਡੇ ਹਿਰਦੇ ਚੋਂ ਨਾ ਵਿਸਰੋ। ਗੁਣ ਗੋਪਾਲ ਚਿਰ ਰਸਨਾ, ਸਦਾ ਗਾਈਐ ਅਨਦਿਨੋ। ਉਹ ਗੋਪਾਲ ਜਿਹੜਾ ਸੰਸਾਰ ਦੇ ਸਮਸਤ ਜੀਵਾਂ ਨੂੰ ਪਾਲਣ ਵਾਲਾ। ਗੋ ਨਾਮ ਬਾਣੀ ਦਾ ਵੀ ਹੁੰਦਾ, ਪਾਲ ਨਾਮ ਪਾਲਣ ਦਾ। ਜਿਹੜਾ ਸਾਡੀ ਬਾਣੀ ਨੂੰ ਪਾਲਣ ਵਾਲਾ, ਜੋ ਅਸੀਂ ਬੋਲਦੇ ਆ ਇਹਦੇ 'ਚ ਜਿਹੜੀ ਚੇਤਨਤਾ ਭਰੀ ਆ ਪਰਮੇਸ਼ਰ ਨੇ ਭਰੀ ਹੈ। ਇਸ ਕਰਕੇ ਉਹਨੂੰ ਕਹਿੰਦੇ ਨੇ ਗੋਪਾਲ। ਐਸਾ ਜੋ ਵਾਹਿਗੁਰੂ ਅਕਾਲ ਪੁਰਖ ਪਰਮੇਸ਼ਰ ਹੈ, ਭਾਈ ਉਹਦੇ ਗੁਣ ਆਪਣੀ ਰਸਨਾ ਤੋਂ ਉਚਰੋ। ਗੁਣ ਗੋਪਾਲ ਉਚਰ ਰਸਨਾ, ਆਪਣੀ ਰਸਨਾ ਨਾਲ ਤਿਸ ਦੇ ਗੁਣ ਕਹੋ। ਸਦਾ ਗਾਈਐ ਅਨ ਦਿਨੋ, ਸਦਾ ਹੀ ਗਾਓ, ਰਾਤ ਦਿਨ ਗਾਓ ਉਸ ਵਾਹਿਗੁਰੂ ਪਰਮੇਸ਼ਰ ਦੇ ਸ਼ੁਭ ਗੁਣਾਂ ਨੂੰ। ਕਿਉਂਕਿ ਜਿਹੜਾ ਜਿਹੜਾ ਗੁਣ ਵੀ ਤਿਸ ਦਾ ਗਾਓਗੇ
ਉਹਦਾ ਲਾਭ ਇਹ ਹੋਵੇਗਾ ਕਿ ਉਹ ਗੁਣ ਤੁਹਾਡੇ ਅੰਦਰ ਵਸਦਾ ਚਲਾ ਜਾਏਗਾ। ਜਿਹੜਾ ਗੁਣ ਵੀ ਪਰਮੇਸ਼ਰ ਦਾ ਕਹੋਗੇ ਗਾਓਗੇ ਉਹ ਗੁਣ ਤੁਹਾਡੇ ਅੰਦਰ ਆ ਵਸੇਗਾ। ਦਿਆਲੂ ਕਹਿ ਕੇ ਆਰਾਧੋਗੇ ਤੁਹਾਡਾ ਹਿਰਦਾ ਦਿਆਲੂ ਹੋ ਜਾਏਗਾ। ਸੰਤੋਖੀ ਕਹਿ ਕੇ ਪਰਮੇਸ਼ਰ ਨੂੰ ਆਰਾਧੋਗੇ ਤੁਹਾਡਾ ਹਿਰਦਾ ਸੰਤੋਖ ਸਹਿਤ ਹੋ ਜਾਏਗਾ। ਤੋ ਜਿਹੜਾ ਜਿਹੜਾ ਵੀ ਗੁਣ ਉਸ ਨਿਰੰਕਾਰ ਵਾਹਿਗੁਰੂ ਪਰਮੇਸ਼ਰ ਦਾ ਕਹੋਗੇ ਉਹ ਗੁਣ ਤੁਹਾਡੇ ਹਿਰਦੇ 'ਚ ਆ ਵਸਣਗੇ। ਇਹ ਲਾਭ ਹੈ ਨਿਰੰਕਾਰ ਪਰਮੇਸ਼ਰ ਦੇ ਗੁਣਾਂ ਨੂੰ ਗਾਇਨ ਕਰਨ ਦਾ। ਪਰਮਾਤਮਾ ਨੂੰ ਆਪਣੇ ਗੁਣ ਗਵਾਉਣ ਦਾ ਸ਼ੌਂਕ ਨਹੀਂ ਹੈ, ਚਾਹੋ ਨਹੀਂ ਕਿ ਮੇਰੇ ਕੋਈ ਗੁਣ ਗਾਵੇ। ਉਹ ਇਸ ਕਰਕੇ ਗਵਾਉਂਦਾ ਹੈ ਕਿ ਜਿਹੜੇ ਗੁਣ ਇਹ ਜੀਵ ਮੇਰੇ ਗਾਉਣਗੇ ਉਹ ਗੁਣ ਇਹਨਾਂ ਦੇ ਹਿਰਦੇ ਵਿੱਚ ਵਸ ਜਾਣਗੇ, ਸਮਾ ਜਾਣਗੇ। ਰਾਤ ਦਿਨ 8 ਪਹਿਰ ਨਿਰੰਤਰ ਨਿਰੰਕਾਰ ਵਾਹਿਗੁਰੂ ਪਰਮੇਸ਼ਰ ਦੇ ਸ਼ੁਭ ਗੁਣਾਂ ਨੂੰ ਗਾਇਨ ਕਰੋ। ਜਿਸ ਪ੍ਰੀਤ ਲਾਗੀ ਨਾਮ ਸੇਤੀ ਮਨ ਤਨ ਅੰਮ੍ਰਿਤ ਭਿਜੈ। ਜਿਸ ਦੇ ਅੰਦਰ ਵਾਹਿਗੁਰੂ ਪਰਮੇਸ਼ਰ ਦੇ ਨਾਮ ਦੀ ਪ੍ਰੀਤ ਲੱਗੀ ਹੈ, ਨਿਰੰਕਾਰ ਦੇ ਨਾਮ ਦਾ ਪ੍ਰੇਮ ਲੱਗਾ ਹੈ, ਜਿਨ੍ਹਾਂ ਦੇ ਹਿਰਦੇ 'ਚ ਮੇਰੇ ਮਨ ਪ੍ਰੇਮ ਲੱਗੋ ਹਰ ਤੀਰ, ਜਿਨ੍ਹਾਂ ਦੇ ਹਿਰਦਿਆਂ ਵਿੱਚ ਸਾਹਿਬ ਦੇ ਅੰਮ੍ਰਿਤ ਨਾਮ ਦੀ ਪ੍ਰੀਤ ਲੱਗੀ ਹੈ, ਉਹਨਾਂ ਦਾ ਮਨ ਔਰ ਤਨ ਉਹ ਵਾਹਿਗੁਰੂ ਪਰਮੇਸ਼ਰ ਦੇ ਨਾਮ ਦੇ ਰਸ ਵਿੱਚ ਭਿੱਜ ਜਾਂਦਾ ਹੈ। ਮਨ ਤਨ ਅੰਤਰ ਭਿੱਜੈ, ਉਹਨਾਂ ਦਾ ਹਿਰਦਾ ਭਿੱਜਿਆ ਰਹਿੰਦਾ, ਯਾਨੀ ਕਿ ਹਮੇਸ਼ਾ ਪਰਮੇਸ਼ਰ ਦੇ ਪ੍ਰੇਮ ਦੇ ਰੰਗ ਵਿੱਚ ਉਹ ਗੁਰਮੁਖ ਜਨ ਰੰਗੇ ਰਹਿੰਦੇ ਹਨ। ਇਹ ਐਸਾ ਭਿੱਜਣਾ ਹੈ, ਇੱਕ ਐਸਾ ਸਿੰਚਣਾ ਹੈ, ਉਸ ਨਾਮ ਅੰਮ੍ਰਿਤ ਦੇ ਜਲ ਵਿੱਚ ਉਹਨਾਂ ਗੁਰਮੁਖਾਂ ਦੇ ਹਿਰਦੇ ਸਿੰਚੇ ਰਹਿੰਦੇ ਹਨ। ਉੱਥੇ ਕਦੇ ਸੋਕਾ ਨਹੀਂ ਹੁੰਦਾ, ਉੱਥੇ ਸਦਾ ਹਰਿਆਵਲ, ਸਦਾ ਖੇੜਾ ਤੇ ਆਨੰਦ ਬਣਿਆ ਰਹਿੰਦਾ ਹੈ। ਬਲਵੰਤ ਨਾਨਕ ਈਸ਼ ਪੁਨੀ ਪੇਖ ਦਰਸ਼ਨ ਜੀਜੈ। ਧੰਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਫਰਮਾਉਂਦੇ ਹਨ, ਮੇਰੀ ਇੱਛਾ ਪੂਰਨ ਕਰ ਦਿਓ ਮਹਾਰਾਜ। ਮੇਰੀ ਇੱਛਾ ਇਹ ਹੈ ਕਿ ਆਪ ਜੀ ਦੇ ਦਰਸ਼ਨ ਕਰ ਕਰ ਜੀਵਾਂ, ਦਰਸ਼ਨ ਦੇਖ ਜੀਵਾਂ ਗੁਰ ਤੇਰਾ, ਦਰਸ਼ਨ ਦੇਖ ਜੀਵਾਂ ਗੁਰ ਤੇਰਾ, ਦਰਸ਼ਨ ਦਰਸ਼ਨ ਦੇਖ ਜੀਵਾ ਗੁਰ ਤੇਰਾ, ਦਰਸ਼ਨ ਦੇਖ ਜੀਵਾ ਗੁਰ ਤੇਰਾ। ਮਹਾਰਾਜ ਮੇਰੇ ਹਿਰਦੇ ਦੀ ਇਹ ਇੱਛਾ ਹੈ ਕਿ ਆਪ ਜੀ ਦੇ ਪਵਿੱਤਰ ਦਰਸ਼ਨ ਕਰਕੇ ਜੀਵਾਂ। ਮੇਰੀ ਇਹ ਇੱਛਾ ਆਪ ਜੀ ਕਿਰਪਾ ਕਰਕੇ ਪੂਰਨ ਕਰ ਦਿਓ। ਗੁਰਸਿੱਖਾਂ ਦੇ ਹਿਰਦਿਆਂ ਵਿੱਚ ਇਹ ਇੱਛਾ ਹਮੇਸ਼ਾ ਹੀ ਬਣੀ ਰਹਿੰਦੀ ਹੈ। ਪੂਰੇ ਵਿਸ਼ਵ ਭਰ ਦੇ ਕਿਸੇ ਕੋਨੇ ਵਿੱਚ ਜਿੱਥੇ ਵੀ ਸਿੱਖ ਹੋਣ, ਉੱਥੇ ਖਲੋਤਿਆਂ ਇਹੀ ਅਰਦਾਸ ਕਰਦੇ ਨੇ, ਮਹਾਰਾਜ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਕੇ ਦਰਸ਼ਨ ਔਰ ਇਸ਼ਨਾਨ ਬਖਸ਼ੋ ਜੀ ਖਾਲਸਾ ਜੀ ਨੂੰ। ਇਹ ਦਰਸ਼ਨਾਂ ਦੀ ਤਾਂਘ ਗੁਰਸਿੱਖ ਦੇ ਹਿਰਦੇ 'ਚ ਬਣੀ ਰਹਿੰਦੀ ਹੈ। ਜਿੱਥੇ ਵੀ ਹੋਵੇ, ਵਿਸ਼ਵ ਦੇ ਕਿਸੇ ਕੋਨੇ 'ਚ ਹੋਵੇ, ਉੱਥੇ ਗੁਰਸਿੱਖ ਇਹੀ ਅਰਦਾਸ ਕਰਦੇ ਹਨ। ਤੋ ਮਹਾਰਾਜ ਆਪ ਕਿਰਪਾ ਕਰਕੇ ਸਾਡੀ ਇਹ ਇੱਛਾ ਪੂਰਨ ਕਰਦੇ ਰਹੋ। ਆਪ ਜੀ ਦੇ ਪਾਵਨ ਦਰਬਾਰਾਂ ਦੇ ਸੁੱਖ ਦੇ ਦਰਸ਼ਨ ਦੀਦਾਰ ਮੇਲੇ ਸਾਨੂੰ ਹੁੰਦੇ ਰਹਿਣ। ਇੰਨੀਆਂ ਬੇਨਤੀਆਂ ਪ੍ਰਵਾਨ ਕਰਦੀਆਂ ਜੀ। ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ। ਵਾਹਿਗੁਰੂ 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 ਵਾਹਿਗੁਰੂ। ਵਾਹਿਗੁਰੂ 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 ਵਾਹਿਗੁਰੂ।
ਵਾਹਿਗੁਰੂ 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 ਵਾਹਿਗੁਰੂ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।